ਇੰਦਰਵੀਰ ਨੇ ਇਹ ਵੀਡੀਓ ਰਿਕਾਰਡਿੰਗ ਗਰੁੱਪ ਅੰਦਰ ਪਾਈ ਹੈ। ਥੱਲੇ ਲਿਖਿਆ ਹੈ, ਜ਼ਰੂਰ ਸੁਣੋ ਜੀ ਪੂਰੀ ਸੁਣ ਕੇ ਪਤਾ ਲੱਗਾ ਹੈ ਕਿ ਇਹ ਜੋ ਕੁਛ ਵੀ ਸਮਝਾਇਆ ਗਿਆ ਹੈ ਨਾਟਕੀ ਢੰਗ ਨਾਲ ਇਹੋ ਹੀ ਸਮਝਾ ਰਹੇ ਹਨ ਸਾਧੂ ਮਹਾਤਮਾ, ਧਾਰਮਿਕ ਲੋਕ। ਇਹੋ ਹੀ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਹੈ, ਪਰ ਕੁਛ ਕੁ ਲੋਕ ਹਨ ਨਾ, ਉਹ ਲਿਖੇ ਹੋਏ ਨੂੰ ਨਹੀਂ ਸਮਝ ਸਕਦੇ ਹਨ ਵੀ ਇਹ ਸੁਖ ਸਣ ਭੰਗੁਰ ਹਨ, ਇਹ ਸੁਖ ਪੱਲਰ ਤਿਆਗ ਮਹਾਂ ਸੁਖ ਪਾਵੇ, ਸੁਖ ਪੱਲਰ ਹਨ, ਝੂਠੇ ਹਨ, ਵਾਸਤਵਿਕ ਨਹੀਂ ਹਨ। ਬਹੁਤ ਵਾਰਾਂ ਤੇ ਕਿਹਾ ਗਿਆ ਹੈ, ਫਿਰ ਵੀ ਸਮਝ ਵਿੱਚ ਨਹੀਂ ਆਉਂਦਾ ਹੈ ਕਈਆਂ ਦੇ। ਤਾਂ ਉਹਨਾਂ ਨੂੰ ਪੁਰਾਣੇ ਸਮਿਆਂ 'ਚ ਕਹਾਣੀਆਂ ਦੁਆਰਾ ਸਮਝਾਇਆ ਜਾਂਦਾ ਸੀ। ਤੇ ਅਜੋਕੇ ਸਮੇਂ ਦੇ ਵਿੱਚ ਬਹੁਤ ਹੀ ਸਕਾਲਾ ਤਰੀਕਾ ਹੈ ਇਹ ਸੋਸ਼ਲ ਮੀਡੀਆ ਦੁਆਰਾ ਨਾਟਕੀ ਢੰਗ ਨਾਲ ਸਮਝਾਉਣਾ, ਤੇ ਬਹੁਤ ਵਧੀਆ ਸਮਝਾਇਆ ਹੈ ਸ਼ਾਸਤਰਾਂ ਦੇ ਮੁਤਾਬਕ। ਤੇ ਜਿਹਨੇ ਧਰਮ ਦੀ ਯਾਤਰਾ ਸ਼ੁਰੂ ਕਰਨੀ ਹੈ ਨਾ, ਉਹਦੇ ਵਾਸਤੇ ਬਹੁਤ ਵਧੀਆ ਹੈ। ਮੈਂ ਵੀ ਕਹੂੰਗਾ ਜ਼ਰੂਰ ਸੁਣਨ ਦੇ ਯੋਗ ਹੈ। ਇਸ ਕਰਕੇ ਮੈਂ ਦੂਸਰੇ ਗਰੁੱਪਾਂ ਵਿੱਚ ਵੀ ਪਾ ਦੂੰਗਾ ਵੀ ਧਰਮ ਦੀ ਯਾਤਰਾ ਇਹ ਗੱਲ ਸਮਝ ਕੇ ਸ਼ੁਰੂ ਹੁੰਦੀ ਹੈ। ਪਰ ਸ਼ੁਰੂ ਹੁੰਦੀ ਹੈ ਧਰਮ ਦੀ ਯਾਤਰਾ ਵੀ ਸੰਸਾਰ ਦੇ ਵਿੱਚ ਸੁੱਖ ਨਹੀਂ ਹੈ। ਇਸ ਕਾਰਨ ਜਿੰਨੇ ਵੀ ਧਰਮ ਦੀ ਯਾਤਰਾ ਸ਼ੁਰੂ ਕਰਵਾਉਣੀ ਸੀ ਜਿਨ੍ਹਾਂ ਕੋਲ, ਉਹਨਾਂ ਨੂੰ ਕਿਹਾ ਸੀ ਵੀ ਸੰਸਾਰ ਦੁੱਖ ਰੂਪ ਹੈ। ਜਿਵੇਂ ਗੌਤਮ ਬੁੱਧ, ਉਹ ਇਹੋ ਕਹਿੰਦੇ ਸਨ ਸੰਸਾਰ ਦੁੱਖ ਰੂਪ। ਇਸ ਕਾਰਨ ਉਹਨੇ ਸੰਸਾਰ ਛੱਡਿਆ ਵੀ ਸੀ। ਦੇਖੋ ਕਿੰਨੀ ਸੁੱਖ ਸੁਵਿਧਾ ਦੇ ਵਿੱਚ ਉਹਨਾਂ ਨੇ ਦੁੱਖ ਜਾਣ ਲਿਆ। ਸਮਰਾਟ ਦੇ ਪੁੱਤਰ ਸਨ, ਰਾਜਕੁਮਾਰ, ਸਾਰੀ ਸੁੱਖ ਸੁਵਿਧਾ ਸੀ, ਕੋਈ ਵੀ ਕਮੀ ਨਹੀਂ ਸੀ, ਉਹਦੇ ਵਿੱਚ ਦੁੱਖ ਜਾਣ ਲਿਆ। ਤੁਹਾਨੂੰ ਤਿਆਗ ਦਿੱਤਾ ਸਦੀਵੀ ਸੁੱਖ ਦੀ ਭਾਲ ਵਿੱਚ। ਇੱਦਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਸੰਨਿਆਸੀ ਹੋਏ ਜਿਨ੍ਹਾਂ ਨੇ ਸੰਸਾਰ ਤਿਆਗਿਆ ਸਦੀਵੀ ਸੁੱਖ ਦੀ ਆਕਾਂਸ਼ਾ ਕਰਕੇ। ਜਿਵੇਂ ਇਸ ਰਿਕਾਰਡਿੰਗ ਵਿੱਚ ਅਖੀਰ ਵਿੱਚ ਕਿਹਾ ਗਿਆ ਹੈ ਵੀ ਬਹੁਤ ਸਾਰੇ ਰਿਸ਼ੀ ਮੁਨੀ ਸੰਸਾਰ ਨੂੰ ਛੱਡ ਕੇ, ਸੰਸਾਰਿਕ ਸੁੱਖਾਂ ਨੂੰ ਤਿਆਗ ਕੇ, ਸਣ ਭੰਗੁਰ ਸੁੱਖਾਂ ਨੂੰ ਤਿਆਗ ਕੇ ਸਦੀਵੀ ਸੁੱਖ ਦੀ ਭਾਲ ਵਿੱਚ ਚਲੇ ਗਏ, ਖੋਜ ਵਿੱਚ ਚਲੇ ਗਏ। ਇਵੇਂ ਹੀ ਹੁਣ ਵੀ ਜਾ ਰਹੇ ਹਨ ਸਦੀਵੀ ਸੁੱਖ ਦੀ ਭਾਲ ਵਿੱਚ। ਤੇ ਕਿਹਾ ਵੀ ਜਾ ਰਿਹਾ ਹੈ ਵੀ ਸਦੀਵੀ ਸੁੱਖ ਜੇ ਚਾਹੁੰਦੇ ਹੋ ਤੇ ਫਿਰ ਤੁਸੀਂ ਧਰਮ ਵਾਲੇ ਪਾਸੇ ਆਓ, ਧਾਰਮਿਕ ਹੋ ਜਾਓ, ਇਹੋ ਕਹਿੰਦੇ ਹਨ। ਤੇ ਜਿਹੜੇ ਵੀ ਕੋਈ ਪਰੰਪਰਾ ਦੇ ਵਿੱਚ ਹੈ, ਉਸ ਪਰੰਪਰਾ ਦੇ ਵਿੱਚ ਰਹਿੰਦਾ ਹੋਇਆ ਹੀ ਇਹ ਗੱਲ ਕਹਿੰਦਾ ਹੈ, ਦੇਖੋ ਵੀ ਮੈਂ ਸੰਸਾਰਿਕ ਸੁੱਖ ਛੱਡ ਕੇ ਆਇਆ ਹਾਂ ਸਦੀਵੀ ਸੁੱਖ ਦੀ ਭਾਲ ਵਿੱਚ। ਉਹ ਸੁੱਖ ਦਿਖਾਉਂਦਾ ਵੀ ਹੈ। ਤੇ ਇੱਕ ਸੁੱਖ ਤੋਂ ਉਹ ਛੁੱਟ ਜਾਂਦਾ ਹੈ
ਸੰਸਾਰਿਕ ਸੁੱਖ ਤੋਂ, ਪਰ ਧਾਰਮਿਕ ਸੁੱਖ ਦੇ ਨਾਲ ਬੰਧ ਜਾਂਦਾ ਹੈ। ਤੇ ਜ਼ਿਆਦਾਤਰ ਲੋਕ ਜਿਹੜੇ ਹਨ ਉਹ ਸੰਸਾਰਿਕ ਸੁੱਖਾਂ ਤੋਂ ਤਾਂ ਛੁੱਟ ਜਾਂਦੇ ਹਨ। ਬਹੁਤੇ ਲੋਕ ਤਾਂ ਸੰਸਾਰਿਕ ਸੁੱਖਾਂ ਤੋਂ ਨਹੀਂ ਛੁੱਟਦੇ ਹਨ। ਬਹੁਤ ਕਠਿਨ ਹੈ ਸੰਸਾਰਿਕ ਸੁੱਖ ਵੀ ਛੱਡਣਾ, ਕੋਈ ਸੁਖਾਲਾ ਨਹੀਂ ਹੈ। ਤੁਸੀਂ ਭਾਵੇਂ ਆਹ ਨਾਟਕੀ ਢੰਗ ਦੇ ਨਾਲ ਜੋ ਕਿਹਾ ਗਿਆ ਹੈ ਸਮਝ ਵੀ ਲਓ ਵੀ ਸੁੱਖ ਨਹੀਂ ਹੈ। ਪਹਿਲਾਂ ਪਹਿਲਾਂ ਲੱਗਦਾ ਹੈ ਸੁੱਖ ਹਰ ਚੀਜ਼ ਦੇ ਵਿੱਚ, ਉਹ ਛਣ ਭੰਗਰ ਥੋੜ੍ਹੀ ਦੇਰ ਵਾਸਤੇ, ਭਰਮ ਹੈ ਸੁੱਖ। ਇਸੇ ਕਾਰਨ ਕਿਹਾ ਸੀ ਨਾ, ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾ, ਵੀ ਉੱਪਰੋਂ ਉੱਪਰੋਂ ਸੁੱਖ ਲੱਗਦੇ ਹਨ, ਅੰਦਰ ਜ਼ਹਿਰ ਹੈ, ਅੰਦਰ ਦੁੱਖ ਹੈ। ਅਤੇ ਸੰਸਾਰਿਕ ਸੁੱਖ ਇੱਦਾਂ ਹੀ ਉੱਪਰ ਉੱਪਰ ਥੋਥੇ ਹਨ। ਇਸੇ ਕਰਕੇ ਸੁੱਖ ਪੱਲਰ ਕਿਹਾ ਹੈ, ਝੂਠੇ ਹਨ, ਇਹਨਾਂ ਤੋਂ ਛੁਟਕਾਰਾ ਨਹੀਂ ਹੁੰਦਾ। ਹਾਂ, ਕੋਈ ਸਮਝ ਵੀ ਲਵੇ, ਕੋਈ ਵਿਰਲਾ ਹੀ ਸਮਝਦਾ ਹੈ, ਫਿਰ ਉਹਦੇ 'ਤੇ ਅਮਲ ਕਰਨਾ ਕਠਿਨ ਹੈ। ਸਦੀਵੀ ਸੁੱਖ ਦੀ ਭਾਲ ਵਿੱਚ ਇਹ ਸਣ ਭੰਗੁਰ ਸੁੱਖ ਛੱਡਣੇ ਵੀ ਸੁਖਾਲੇ ਨਹੀਂ ਹੈ। ਆਦਮੀ ਸੋਚਦਾ ਵੀ ਸੰਸਾਰਿਕ ਸੁੱਖ ਥੋੜ੍ਹੇ ਬਹੁਤੇ ਮੈਂ ਮਾਣ ਰਿਹਾ, ਘਰ ਪਰਿਵਾਰ 'ਚ ਰਹਿੰਦੇ ਹਾਂ, ਜੇ ਵੀ ਛੱਡ ਦਿੱਤੇ, ਗਾਹਾਂ ਵਾਲਾ ਮਿਲੇ ਕਿ ਨਾ ਮਿਲੇ ਕੀ ਪਤਾ ਹੈ। ਫਿਰ ਕਹਿੰਦੇ ਇਹਨੂੰ ਸੁੱਖ ਛੱਡ ਦਿਓ, ਫਿਰ ਜੀਵਨ ਦਾ ਕੀ ਫਾਇਦਾ। ਵੀ ਜੇ ਸੁੱਖਪੂਰਵਕ ਜੀਣਾ ਹੀ ਨਹੀਂ ਹੈ ਤਾਂ ਜੀਣ ਦਾ ਫਾਇਦਾ ਕੀ। ਕਈ ਲੋਕ ਕਹਿਣਗੇ ਫਿਰ ਕਿਉਂ ਜੀਣਾ ਹੈ ਜੇ ਸੁੱਖ ਨਹੀਂ ਮੰਨਣਾ। ਸੁੱਖ ਮਾਣੋ। ਤੋ ਜਿਹੜਾ ਸੁੱਖ ਮਾਣ ਰਹੇ ਹਨ ਉਹ ਫਸਾਉਣ ਵਾਲਾ ਹੈ, ਉਹ ਬੰਧਨ ਵਿੱਚ ਪਾਉਣ ਵਾਲਾ ਹੈ, ਉਹ ਨਰਕ ਦਾ ਸੁੱਖ ਹੈ। ਪਰ ਦੂਸਰਾ ਜਿਹੜਾ ਸੁੱਖ ਹੈ ਧਾਰਮਿਕ, ਉਹ ਵੀ ਬੰਧਨ ਪਾਉਣ ਵਾਲਾ ਹੈ। ਉਹ ਇਉਂ ਜਾਣੋ ਕਿ ਜਿਵੇਂ ਸਵਰਗ ਦਾ ਸੁੱਖ ਹੈ। ਇੱਕ ਹੈ ਨਰਕ ਦਾ ਸੁੱਖ, ਸੰਸਾਰਿਕ ਸੁੱਖ। ਦੂਸਰਾ ਹੈ ਧਾਰਮਿਕ ਸੁੱਖ, ਸਵਰਗ ਦਾ ਸੁੱਖ ਕਹਿ ਲਈ। ਹੈ ਵੀ ਬੰਧਨ ਦੇ ਵਿੱਚ ਪਿਆ ਹੋਇਆ। ਇਹ ਜਿਹੜਾ ਸਵਰਗ ਦਾ ਸੁੱਖ ਹੈ ਇਹਦੇ ਵਿੱਚ ਵੀ ਸਦਾ ਨਹੀਂ ਆਦਮੀ ਰਹਿ ਸਕਦਾ। ਇਸੇ ਕਾਰਨ ਸਵਰਗਾਂ ਤੋਂ ਤੇ ਛੁਟਕਾਰਾ ਚਾਹੁੰਦੇ ਹਨ ਜਿਹੜੇ ਸਵਰਗਾਂ 'ਚ ਪਹੁੰਚ ਗਏ। ਦੇਵੀ ਦੇਵਤਾ ਇਸ ਦੇਹੀ ਕੋ ਲੋਚੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਲੋਚਦੇ ਹਨ, ਚਾਹੁੰਦੇ ਹਨ ਸਵਰਗਾਂ ਦੇ ਵਿੱਚ ਰਹਿਣ ਵਾਲੇ, ਕਿਉਂਕਿ ਉਹ ਜਿਹੜਾ ਸਵਰਗਾਂ ਦਾ ਸੁੱਖ ਹੈ ਉਹ ਵੀ ਉਬਾ ਦਿੰਦਾ ਹੈ। ਸਦਾ ਹੀ ਮਨ ਸੁਖੀ ਨਹੀਂ ਰਹਿ ਸਕਦਾ। ਅਤੇ ਕੁਛ ਕੁ ਲੋਕ ਹਨ ਜਿਹੜੇ ਨਰਕਾਂ ਦੇ ਵਿੱਚ ਹਨ, ਇੱਦਾਂ ਕਹਿ ਸਕਦੇ ਹਾਂ। ਅਤੇ ਕੁਛ ਨਰਕਾਂ ਤੋਂ ਛੁੱਟ ਕੇ ਸਵਰਗਾਂ ਦੇ ਵਿੱਚ ਫਸ ਜਾਂਦੇ ਆ। ਸਵਰਗ ਦਾ ਭਾਵ ਵੀ ਜਿਸ ਤਰ੍ਹਾਂ ਦਾ ਉਹ ਸੁੱਖ ਚਾਹੁੰਦੇ ਹਨ ਵੈਸਾ ਮਾਣਦੇ ਹਨ। ਸੰਸਾਰ ਵਿੱਚ ਵੀ ਉਹ ਕਈ ਸਾਧੂ ਮਹਾਤਮਾ ਹਨ, ਉਹ ਛੱਡ ਆਏ ਸੰਸਾਰ ਨੂੰ, ਤਿਆਗ ਦਿੱਤਾ। ਹੁਣ ਕੋਈ ਸਮੱਸਿਆ ਨਹੀਂ ਰਹਿ ਗਈ ਸੰਸਾਰਿਕ। ਨਾ ਕਿਸੇ ਬੱਚਿਆਂ ਨੂੰ ਵਿਆਹੁਣਾ ਹੈ, ਨਾ ਪੜ੍ਹਾਉਣਾ ਹੈ, ਨਾ ਲਿਖਾਉਣਾ ਹੈ, ਨਾ ਕਾਰੋਬਾਰ ਚਲਾਉਣਾ ਹੈ, ਨਾ ਕੁਛ ਕਰਨ ਦੀ ਫਿਕਰ, ਨਾ ਬਣਾਉਣ ਦੀ ਫਿਕਰ। ਅਤੇ ਉਹਨਾਂ ਨੂੰ ਲੱਗਦਾ ਹੈ ਵੀ ਮਿਲ ਗਿਆ ਸੁੱਖ, ਅਸੀਂ ਸੁਖੀ ਹਾਂ। ਅਤੇ ਸੰਸਾਰਿਕ ਲੋਕਾਂ ਨੂੰ ਬੇਵਕੂਫ ਸਮਝਦੇ ਹਨ, ਤੋ ਇਹਨੂੰ ਹੀ ਸੁੱਖ ਸਮਝਦੇ ਹਨ। ਤਾਂ ਉਹਨਾਂ ਨੂੰ ਸਮਝਾਉਂਦੇ ਵੀ ਹਨ, ਦੇਖੋ ਅਸੀਂ ਕਿੰਨੇ ਆਨੰਦਿਤ ਹਾਂ, ਸੁਖੀ। ਜਿਵੇਂ ਇੱਥੇ ਇੱਕ ਪਹਿਲਾਂ ਭਿਕਸ਼ੂ ਰਹਿ ਕੇ ਗਿਆ ਹੈ, ਤਾਂ ਉਹ ਕਹਿੰਦਾ ਜਦੋਂ ਮੈਂ ਘਰ ਸੀ तो बड़ी चिक चिकबाजी होती थी, लड़ाई झगड़ा, कोई इधर खींच रहा है, कोई इधर खींच रहा है, कोई कुछ कर रहा है, कोई कुछ कर रहा है। मैं परेशान हो गया।
तो मैं सब कुछ छोड़ के भिक्षु हो गया हूँ। तो बड़ी शांति है, क्योंकि कोई चिक चिकबाजी नहीं, कुछ कोई कहने वाला नहीं। तो उन्हें एक तरह का अपने आप नूं समझा लिया। तो शांति है, फिर हर चीज़ मिल जाती है लोड़ के मुताबिक, रहन नूं मिल जाता है, खाण नूं मिल जाता है। इस करके साधु महात्मा परंपरावादी हो जाते, क्योंकि किसी परंपरा के नाल जुड़िया होवे तो फिर वो परंपरा के जोड़े लोग हैं वो इज्जत मान करते रहते, सम्मान करते रहते, आओ भगत करते रहते। फिर परंपरा के जोड़े लोग हैं जिहदे विच रह रहे हैं उहदे विच उन्होंने आदर मान तो मिलता है, अहुदे भी मिलते हैं, उन्होंने डिग्रियां भी मिलदियां। तो होर खुशी माणते हैं, जिवें संसारिक लोग माणते हैं ना खुशी कोई उन्हां दी तरक्की हो जाए, इदां साधु महात्मा भी उन्हां दी भी तरक्कियां हुंदियां। अपनी अपनी परंपरा दे नाल बंध जाते हैं, इस करके बंधे होए हैं कि सुख मिल रहा है परंपरा दे विच। परंपरा दे नालों टुटदे नहीं। कल भी दो महात्मा आए सन, भंगवें कपड़े पहने हुए सन। तो उन्होंने मैं इहो ही गल कह रहा सी भी तुसीं बंधे होए हो परंपरा दे नाल, इसे कारण भी तुसीं डरदे हो भी छुट गए बाहर किसी भी परंपरा दे ना रहे तो की होऊ। जिवें तुसीं घर परिवारां दे नाल बंधे होए हो उदां ही परंपरा दे नाल बंध गए, तो बहुत नाराज़ होगी, क्योंकि परंपरा नूं कोई छड्डना नहीं ना चाहुंदा। धार्मिक व्यक्ति जिहदे नाल भी बंध जांदा है उहदे विच सुरक्षा चाहुंदा है, माणदा है, क्योंकि वो परंपरा के लोग तो उन्होंने आदर करते ही हैं। जिवें सिख हैं, सिखां दे विच कोई रहूगा तो आदर मान पाऊगा, जे उन्होंने छड्डूगा तो उन्होंने लगता भी मैं हैल्पलैस हो गया, लैस हो गया, हुण की बनूगा। तो लैस होना नहीं कोई चाहुंदा। तो धार्मिक लोग जिहड़े हैं वो संसारिक सुख तो छड्ड दिंदे हैं, आश्रमां च आण के बैठ गए, धार्मिक स्थानां ते बैठ गए। हुण उन्हां नूं कोई कमी नहीं है, रहण वास्ते बहुत कुछ मिल रहा है, घूमण वास्ते खर्चा पानी वाधू है, उन्होंने लगता भी मिल गया, सुख मिल गया। तो बहुते सुख दिखालते भी हैं, बहुते श्रद्धालु भी प्रभावित हो जाते हैं। देखो बाबा जी किन्ने सुखी हैं, महात्मा जी किन्ने सुखी हैं, किन्ने मस्त रहिंदे हैं। ते एक सुख तों तो छुट गए हैं वो संसारिक सुख तो, पर वो दूसरे सुख दे विच वध गए, धार्मिक सुख दे विच। नरकां तो छुट गए, स्वर्गां दे नाल वध गए। पर बंधन ये भी है, फिर दूसरी गल है कि संसारिक सुखां तो छुटना ये आसान है, धार्मिक सुखां तो छुटना बहुत कठिन है, क्योंकि बहुत प्रीतिकर शांति का सुख कह दो, एक अशांति का सुख है। कोई दौड़ रहा है तो कईयां नूं दौड़न दे विच भी सुख मिलता है ना, तद दौड़ते हैं। एक शांत बैठा है उन्हें शांति दे विच सुख आ रहा है। तो दौड़न वाला तो बहुता थक जाऊगा, बहुता चिर सुख माण नहीं सकता, हटूगा ही वो। पर जिहड़ा शांत बैठा है वो सुख नूं नहीं छड्डू, तो भी बंधन है। इसे कारण ही जिन्हों ने जानिया सी उन्होंने कहा सी स्वर्ग नरक ते मैं रहियो सतगुर के प्रसाद।
ਵੀ ਦੋਵਾਂ ਸੁੱਖਾਂ ਤੋਂ ਹੀ ਸੰਸਾਰਿਕ ਸੁੱਖਾਂ ਤੋਂ ਵੀ ਅਤੇ ਧਾਰਮਿਕ ਸੁੱਖਾਂ ਤੋਂ ਵੀ, ਸਵਰਗ ਤੋਂ ਵੀ ਅਤੇ ਨਰਕ ਤੋਂ ਵੀ। ਫਿਰ ਨਰਕ ਤੋਂ ਛੁਟਕਾਰਾ ਤਾਂ ਤੁਸੀਂ ਆਪ ਕਰ ਲਓਗੇ ਅਗਰ ਕੋਈ ਹੋਸ਼ਪੂਰਨ ਹੋਵੇ, ਸਮਝਦਾਰ ਹੋਵੇ ਅਤੇ ਗੌਰ ਨਾਲ ਦੇਖੇ ਵੀ ਸੰਸਾਰ ਦੇ ਵਿੱਚ ਸੁੱਖ ਤਾਂ ਹੈ ਨਹੀਂ, ਕਿਸੇ ਨੂੰ ਵੀ ਨਹੀਂ ਹੈ, ਮਿਲ ਤੇ ਰਿਹਾ ਨਹੀਂ, ਸਭ ਗੱਲਾਂ ਹੀ ਕਰ ਰਹੇ, ਪਤਾ ਲੱਗ ਹੀ ਜਾਂਦਾ ਹੈ ਨਾ, ਮਿਲਦਾ ਹੀ ਨਹੀਂ। ਅਤੇ ਬਾਹਰ ਮਿਲ ਨਹੀਂ ਰਿਹਾ ਸੰਸਾਰ ਤੋਂ ਸੁੱਖ ਕਿਸੇ ਨੂੰ ਵੀ। ਫਿਰ ਉਹ ਸਦੀਵੀ ਸੁੱਖ ਵਾਸਤੇ ਧਾਰਮਿਕ ਹੋ ਜਾਂਦਾ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਕਈ ਜਿਹੜੇ ਐਸੇ ਵੀ ਹਨ ਜਿਹੜੇ ਧਾਰਮਿਕ ਹੋ ਜਾਂਦੇ ਹਨ, ਪਰ ਉਹਨਾਂ ਨੂੰ ਜਦੋਂ ਉਹ ਵੈਸਾ ਸੁੱਖ ਨਹੀਂ ਮਿਲਦਾ ਹੈ ਜੈਸੇ ਸੁੱਖ ਦੀ ਗੱਲ ਕੀਤੀ ਜਾਂਦੀ ਹੈ, ਤਾਂ ਵਾਪਸ ਮੁੜ ਜਾਂਦੇ ਹਨ ਫਿਰ ਸੰਸਾਰ ਵਿੱਚ। ਉਹ ਕਹਿੰਦੇ ਹਨ ਵੀ ਉਹ ਹੀ ਸੁੱਖ ਠੀਕ ਸੀ, ਆਹ ਤਾਂ ਕੁਛ ਨਹੀਂ। ਪਰ ਕਈ ਆਪਣੇ ਆਪ ਨੂੰ ਸਮਝਾ ਲੈਂਦੇ ਹਨ, ਧਾਰਮਿਕ ਢੰਗ ਨਾਲ ਜੀਣਾ ਸ਼ੁਰੂ ਕਰ ਦਿੰਦੇ ਹਨ, ਤੋ ਵੈਸਾ ਸੁੱਖ ਮਾਣਨਾ ਸ਼ੁਰੂ ਕਰ ਲੈਂਦੇ ਹਨ। ਨਿਸ਼ਚਿੰਤ ਰਹਿਣਾ, ਕੋਈ ਪਰੇਸ਼ਾਨੀ ਨਹੀਂ ਹੈ, ਕੋਈ ਤਣਾਅ ਨਹੀਂ ਹੈ, ਕਿਤੇ ਜਾਣਾ ਨਹੀਂ, ਕੋਈ ਹਿਸਾਬ ਕਿਤਾਬ ਨਹੀਂ, ਤਾਂ ਮੌਜ ਨਾਲ ਰਹਿੰਦੇ ਹਨ। ਉਹ ਕਹਿੰਦੇ ਹਨ ਦੇਖੋ ਅਸੀਂ ਪਾ ਲਿਆ ਸੁੱਖ।